ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਨਗਰੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਰਜੇਸ਼ ਸਿੰਘ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮੁਰਾਰ ਵਿਖੇ, ਜਿੱਥੇ ਕਿ ਅਸੀਂ ਇੱਕ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਹੜੇ ਕਿ ਇੱਕ ਲੇਖਕ ਨੇ, ਇੱਕ ਰਾਈਟਰ ਨੇ। ਉਹਨਾਂ ਦਾ ਨਾਮ ਹੈ ਨਿਧੀ ਸ਼ਰਮਾ। ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਇਸ ਸਫ਼ਰ ਦੀ ਸ਼ੁਰੂਆਤ ਹੋਈ। ਦੇਰੀ ਨਾ ਕਰਦੇ ਹੋਏ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਂਦੇ ਹਾਂ। ਜੀ ਨਮਸਕਾਰ। ਉਹ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ। ਤੇ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਸਵਾਲ ਇਹ ਕਰਨਾ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਲਿਖਣੀ ਦੀ ਸ਼ੁਰੂਆਤ ਕਿਵੇਂ ਹੋਈ ਤੇ ਤੁਹਾਨੂੰ ਇਹ ਸ਼ੌਂਕ ਕਿਸ ਤਰ੍ਹਾਂ ਪਿਆ। ਜੀ ਮੇਰੀ ਲਿਖਣੀ ਦੀ ਸ਼ੁਰੂਆਤ ਜਦੋਂ ਮੈਂ 9th ਕਲਾਸ ਵਿੱਚ ਸੀ, ਮੈਂ ਇੱਕ ਸੀਰੀਅਲ ਦੇਖਦੀ ਹੁੰਦੀ ਸੀ ਤੇ ਉਹਦੇ ਵਿੱਚ ਜਿਹੜੀ ਅਭਿਨੇਤਰੀ ਸੀ ਉਹ ਲਿਖਦੀ ਸੀ ਕਵਿਤਾਵਾਂ ਤੇ ਮੈਂ ਉਹਦੇ ਤੋਂ ਬੜੀ ਜ਼ਿਆਦਾ ਇੰਸਪਾਇਰਡ ਸੀ ਤੇ ਮੈਂ ਸੋਚਿਆ ਕਿਉਂ ਨਾ ਮੈਂ ਵੀ ਕਵਿਤਾ ਲਿਖਾਂ। ਫਿਰ ਮੈਂ ਇੱਕ ਦਿਨ ਬੈਠੀ ਨੇ ਕਵਿਤਾ ਲਿਖ ਲਈ। ਫਿਰ 1 ਸਾਲ ਬਾਅਦ ਫਿਰ ਮੈਂ ਸੋਚਿਆ ਕਿ ਕਵਿਤਾ ਲਿਖਾਂ, ਫਿਰ ਇੱਕ ਕਵਿਤਾ ਲਿਖ ਲਈ। ਮਤਲਬ ਉਹ ਅੰਦਰੋਂ ਅੰਦਰੀ ਹੁੰਦਾ ਨਾ ਕਿ ਸਾਨੂੰ ਕੁਦਰਤ ਕਹਿੰਦੀ ਆ ਕਿ ਤੁਸੀਂ ਕੁਝ ਕਰੋ, ਤੇ ਉਹ ਫਿਰ ਐਵੇਂ ਸਿਲਸਿਲਾ ਚੱਲਦਾ ਗਿਆ। ਜਦੋਂ ਮੈਂ ਕਾਲਜ ਗਈ HMV ਜਲੰਧਰ ਤੇ +1 ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਕੁਝ ਲਿਖਦੇ ਹੋ ਤੇ ਤੁਸੀਂ ਆਪਣੀ ਕਾਲਜ ਦੀ ਮੈਗਜ਼ੀਨ ਵਾਸਤੇ ਦੇਵੋ, ਅਸੀਂ ਉਹਨੂੰ ਪਬਲਿਸ਼ ਕਰਾਂਗੇ। ਤੇ ਮੈਂ ਕਿਹਾ ਠੀਕ ਹੈ। ਤੇ ਜਦੋਂ ਮੈਂ ਲੈ ਕੇ ਗਈ ਤੇ ਉਹ ਪੰਜਾਬੀ ਵਾਲੇ ਅਧਿਆਪਕ ਨੂੰ ਦਿਖਾਉਣਾ ਸੀ ਕਿਉਂਕਿ ਉਹ ਪੰਜਾਬੀ ਦਾ ਸੀਗਾ ਲਿਖਿਆ ਹੋਇਆ। ਐਂਡ ਸ਼ੀ ਵਾਜ਼ ਲਾਈਕ ਕਿ ਇਹ ਤਾਂ ਬਹੁਤ ਸੋਹਣਾ ਲਿਖਿਆ ਤੁਸੀਂ, ਹੈ ਨਾ, ਕਿ ਕਿੰਨਾ ਵਧੀਆ ਲਿਖਿਆ ਆ, ਕਿ ਮੈਨੂੰ ਤਾਂ ਕਹਿੰਦੇ ਲਿਖਣਾ ਨਹੀਂ ਆਉਂਦਾ, ਕਿ ਤੂੰ ਇੰਨੀ ਕੁ ਹੋ ਕੇ ਤੂੰ ਤਾਂ ਬਹੁਤ ਅੱਛਾ ਲਿਖਿਆ। ਸੋ ਉਹ ਵਾਲੀ ਚੀਜ਼ ਜਿਹੜੀ ਸੀਗੀ ਉਹ ਬਹੁਤ ਵਧੀਆ ਲੱਗੀ, ਹੈ ਨਾ, ਮੈਨੂੰ, ਕਿ ਕਿਸੇ ਨੇ ਵਾਹ ਵਾਹ ਬੋਲਿਆ ਜਾਂ ਇੰਸਪਾਇਰ ਕੀਤਾ, ਹੈ ਨਾ। ਤੇ ਫਿਰ ਜਦੋਂ ਇੰਸਪੀਰੇਸ਼ਨਸ ਮਿਲੀਆਂ, ਉਹ ਮੋਟੀਵੇਸ਼ਨਸ ਮਿਲੀਆਂ, ਫਿਰ ਮੈਂ ਸੋਚਿਆ ਕਿ ਹੈ ਨਾ, ਫਿਰ ਉਹ ਆਪੀ ਚੀਜ਼ਾਂ ਆਉਂਦੀਆਂ ਗਈਆਂ। ਹਾਂਜੀ, ਉਹ ਸਿਲਸਿਲਾ ਚੱਲਦਾ ਗਿਆ। ਠੀਕ ਹੈ। ਤੇ ਹੁਣ ਤੱਕ ਤੁਹਾਨੂੰ ਕਿੰਨਾ ਚਿਰ ਹੋ ਗਿਆ ਲਿਖਦਿਆਂ ਨੂੰ? ਤੇ ਸਭ ਤੋਂ ਪਹਿਲੀ ਜਦੋਂ ਕਵਿਤਾ ਤੁਸੀਂ ਲਿਖੀ ਸੀ ਉਦੋਂ ਤੁਸੀਂ ਕਿੰਨੀ ਏਜ ਦੇ ਸੀਗੇ? ਜੀ ਜਦੋਂ ਮੈਂ ਸਭ ਤੋਂ ਪਹਿਲੀ ਕਵਿਤਾ ਲਿਖੀ ਸੀ ਉਦੋਂ ਤਾਂ ਮੈਂ 14-15 ਸਾਲਾਂ ਦੀ ਹੋਵਾਂਗੀ। ਹਾਂਜੀ, ਅੱਛਾ, ਮਤਲਬ ਕਿ ਛੋਟੀ ਉਮਰ ਦੇ। ਹਾਂਜੀ ਬਿਲਕੁਲ ਜੀ। ਤੇ ਕਿੰਨਾ ਚਿਰ ਹੋ ਗਿਆ ਹੁਣ ਤੱਕ ਤੁਹਾਨੂੰ? ਜੀ ਮੈਨੂੰ 7-8 ਸਾਲ ਹੋ ਗਿਆ ਲਿਖਦੀ ਨੂੰ। ਠੀਕ ਹੈ ਜੀ। ਤੇ ਹੁਣ ਤੱਕ ਤੁਹਾਡੀਆਂ ਕਿਤਾਬਾਂ ਕੋਈ ਮਾਰਕੀਟ ਦੇ ਵਿੱਚ ਆਈ ਹੈ? ਜੀ ਮੇਰੀ ਇੱਕ ਕਿਤਾਬ ਆ ਚੁੱਕੀ ਹੈ, ਪੁੰਗਰ ਦੇ ਹਰਫ, ਜਿਹੜੀ ਕਿ +2 ਦੇ ਵਿੱਚ ਆਈ ਸੀ 2016 ਦੇ ਵਿੱਚ, ਉਹ ਆ ਗਈ ਸੀ। ਵੈਸੇ ਇਹ ਸਵਾਲ ਮੈਂ ਦਰਸ਼ਕਾਂ ਵਾਸਤੇ ਪੁੱਛਿਆ ਸੀ ਕਿਉਂਕਿ ਇਹਨਾਂ ਦੀ ਬੁੱਕ ਜਿਹੜੀ ਉਹ ਪਰਸਨਲੀ ਮੈਂ ਪੜ੍ਹ ਚੁੱਕਿਆ ਅਤੇ ਮੈਨੂੰ ਖੁਦ ਨੂੰ ਬਹੁਤ ਸਾਰੀਆਂ ਕਵਿਤਾਵਾਂ ਇਹਨਾਂ ਦੀਆਂ ਉਹ ਪਸੰਦ ਆਈਆਂ ਨੇ। ਸੋ ਮੇਰਾ ਅਗਲਾ ਸਵਾਲ ਨਿਧੀ ਜੀ ਤੁਹਾਨੂੰ ਇਹ ਹੈ ਕਿ ਜਿਸ ਤਰ੍ਹਾਂ ਆਪਣੇ ਪਰਿਵਾਰ ਵੱਲੋਂ ਬੱਚਿਆਂ 'ਤੇ ਇਹ ਹੁੰਦਾ ਵਾ ਵੀ ਸਾਡਾ ਬੱਚਾ ਕੋਈ ਡਾਕਟਰ ਬਣੇ, ਇੰਜੀਨੀਅਰ ਬਣੇ, ਸੋ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲਿਆ ਇਸ ਬਾਰੇ? ਉਹ ਬੜੇ ਖੁਸ਼ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੈਂ ਲਿਖਦੀ ਹਾਂ। ਉਹ ਬਹੁਤ ਖੁਸ਼ ਹੋਏ, ਪਾਪਾ ਬੜੇ ਖੁਸ਼ ਹੋਏ। ਤੇ ਇੱਕ ਦਿਨ ਇੱਦਾਂ ਹੀ ਸਾਡੇ ਘਰ ਗੈਸਟ ਆਏ, ਮੇਰੇ ਭੂਆ ਜੀ ਹੋਣੀ। ਉਹ ਜਿਹੜੇ ਮੇਰੇ ਫੁੱਫੜ ਜੀ ਹੈਗੇ ਉਹ ਰਿਟਾਇਰਡ ਪ੍ਰਿੰਸੀਪਲ ਹੈਗੇ ਆ, ਹੁਣੇ ਪਿਛਲੇ ਸਾਲ ਰਿਟਾਇਰਡ ਹੋਏ ਉਹ ਹਿੰਦੂ ਕਾਲਜ ਅੰਮ੍ਰਿਤਸਰ 'ਚੋਂ। ਤੇ ਉਹ ਜਦੋਂ ਆਏ ਤੇ ਪਾਪਾ ਨੇ ਦੱਸਿਆ ਕਿ ਨਿਧੀ ਨਾ ਕਵਿਤਾ ਲਿਖਦੀ ਹੈ। ਉਹ ਬੜੇ ਖੁਸ਼ ਹੋਏ ਕਿ ਹੈ ਨਾ ਇੰਨੀ ਕੁ ਹੈਗੀ ਹੈ ਕਿ ਕਵਿਤਾ ਲਿਖਦੀ ਹੈ। ਤੇ ਉਹਨਾਂ ਨੇ ਜਦੋਂ ਸੁਣਿਆ ਉਹ ਕਹਿੰਦੇ ਵਾਹ, ਉਹ ਤੇਰੀ ਕਿਤਾਬ ਛਪਵਾ ਦੀਏ। ਪਹਿਲਾਂ ਤਾਂ ਮੈਨੂੰ ਲੱਗਾ ਮਜ਼ਾਕ ਕਰਦੇ ਹੋਣਗੇ, ਹੈ ਨਾ, ਕਿਉਂਕਿ ਇੰਨਾ ਤਾਂ ਮੇਰਾ ਵੀ ਮੈਨੂੰ ਲੱਗਦਾ ਸੀਗਾ ਕਿ ਮੈਂ ਹਾਲੇ ਛੋਟੀ ਹਾਂ। ਮਤਲਬ ਤੁਹਾਡਾ ਡਿਸਾਈਡਡ ਨਹੀਂ ਸੀਗਾ? ਹਾਂਜੀ, ਡਿਸਾਈਡਡ ਨਹੀਂ ਸੀਗਾ। ਫਿਰ ਬਾਅਦ ਵਿੱਚ ਇੱਦਾਂ ਹੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਉਹਨਾਂ ਨੇ ਕਿਤਾਬ ਛਪਵਾਤੀ ਕਿ ਮੈਂ ਮੋਟੀਵੇਟ ਹੋਵਾਂ। ਉਹਨਾਂ ਨੂੰ ਮੇਰਾ ਮਟੀਰੀਅਲ ਵੀ ਬਹੁਤ ਚੰਗਾ ਲੱਗਾ ਕਿ ਤੂੰ ਬਹੁਤ ਸੋਹਣਾ ਲਿਖਿਆ। ਸੋ ਐਵੇਂ ਚੱਲੀ ਗਿਆ। ਬਾਕੀ ਪਰਮਾਤਮਾ ਕਰਦਾ। ਪਰਿਵਾਰ ਵੱਲੋਂ ਕਿੱਦਾਂ ਦਾ ਤੁਹਾਨੂੰ? ਪਰਿਵਾਰ ਤਾਂ ਬਹੁਤ ਖੁਸ਼ ਹੈ। ਉਹ ਕਹਿੰਦੇ ਕਿ ਤੁਸੀਂ ਜੋ ਕਰਨਾ ਹੈ ਕਰੋ, ਤੁਸੀਂ ਜਿੱਥੇ ਜਾਣਾ ਹੈ ਜਾਓ, ਹੈ ਨਾ, ਕਿ ਕਿਸੇ ਕੋਈ ਕਵੀ ਸੰਮੇਲਨ ਹੋਵੇ, ਕੋਈ ਇੰਟਰਵਿਊ ਹੋਵੇ, ਤੇ ਉਹ ਕਦੀ ਨਹੀਂ ਮਨਾ ਕਰਦੇ, ਹੈ ਨਾ। ਉਹ ਕਹਿੰਦੇ ਕਿ ਲਿਖੋ ਜੋ ਕਰਨਾ ਹੈ। ਉਹਨਾਂ ਨੇ ਕਦੀ ਨਹੀਂ ਕਿਹਾ ਕਿ ਤੁਸੀਂ ਆਹ ਪੜ੍ਹਨਾ ਹੈ, ਆਹ ਪੜ੍ਹੋ, ਜਾਂ ਮਿਊਜ਼ਿਕ ਨਹੀਂ ਕਰਨਾ, ਜਾਂ ਕਵਿਤਾ ਨਹੀਂ ਲਿਖਣੀ, ਹੈ ਨਾ, ਕਿਉਂਕਿ ਪੇਂਟਿੰਗ ਨਹੀਂ ਕਰਨੀ। ਤੇ ਇਹ ਸਾਰੀਆਂ ਚੀਜ਼ਾਂ ਮੈਂ ਕਰਦੀ ਹਾਂ, ਹੈ ਨਾ। ਆਰਟ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਮਤਲਬ ਜਿਵੇਂ ਰੋਟੀ ਖਾਣੀ ਜ਼ਰੂਰੀ ਹੈ, ਉਵੇਂ ਹੀ ਆਰਟ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ। ਮਿਊਜ਼ਿਕ, ਪੋਇਟਰੀ ਅਤੇ ਆਪਣਾ ਪੇਂਟਿੰਗ, ਸਕਲਪਚਰਸ, ਇਹ ਸਾਰਾ ਕੁਝ। ਵੈਸੇ ਇਹ ਸਵਾਲ ਮੈਂ ਪੁੱਛਣ ਲੱਗਿਆ ਸੀ ਕਿ ਤੁਹਾਨੂੰ ਹੋਰ ਕਿਹੜੇ ਸ਼ੌਂਕ ਨੇ, ਤੁਸੀਂ ਦੱਸ ਹੀ ਦਿੱਤਾ ਕਿ ਮਿਊਜ਼ਿਕ ਅਤੇ ਆਰਟ। ਸੋ ਬਹੁਤ ਵਧੀਆ ਗੱਲ ਹੈ। ਆਰਟ ਤੁਸੀਂ ਮਤਲਬ ਕਿਹੜਾ ਕਰਦੇ ਹੋ? ਜੀ ਮੈਂ ਡਰਾਇੰਗ ਐਂਡ ਪੇਂਟਿੰਗ ਕਰਦੀ ਹਾਂ, ਅਬਸਟਰੈਕਟ ਆਰਟ ਕਰਦੀ ਹਾਂ, ਹੋਰ ਜਿਹੜੇ ਆਪਣੇ ਪੁਰਾਣੇ ਮਾਡਰਨ ਆਰਟ ਕਰਦੇ ਹਾਂ, ਹੈ ਨਾ, ਮਾਡਰਨ ਆਰਟ, ਅਬਸਟਰੈਕਟ ਆਰਟ, ਹੋਰ ਵੀ ਕਾਫੀ ਤਰ੍ਹਾਂ ਦੀਆਂ ਆਰਟਸ ਹੁੰਦੀਆਂ, ਹੈ ਨਾ, ਉਹ ਕਰਦੀ ਹਾਂ। ਆਪਣੇ ਕਿੰਨੇ ਵਧੀਆ ਗ੍ਰੰਥ ਲਿਖੇ ਹੋਏ ਆ ਜਿਹਦੇ ਵਿੱਚ ਉਹਨਾਂ ਨੇ ਸਿਰਫ ਆਰਟ ਨੂੰ ਪ੍ਰਮੋਟ ਕੀਤਾ ਹੈ। ਸੋ ਆਰਟ ਤਾਂ ਹਰ ਇੱਕ ਬੰਦੇ ਨੂੰ ਖਿੱਚਦਾ ਆਪਣੇ ਵੱਲ, ਹੈ ਨਾ। ਆਰਟ ਹੋ ਗਿਆ, ਪੋਇਟਰੀ ਹੋ ਗਈ, ਮਿਊਜ਼ਿਕ ਹੋ ਗਿਆ, ਕਲਾਸੀਕਲ ਮਿਊਜ਼ਿਕ ਤੁਸੀਂ ਦੇਖੋ, ਮਤਲਬ ਤੁਸੀਂ ਦੇਖੋਗੇ ਕਿ ਉਹ ਕਿਤੇ ਲੱਗਾ ਹੋਊਗਾ ਬੰਦਾ ਨਾ ਖੁਦ ਬ ਖੁਦ ਉਹਦੇ ਵੱਲ, ਜਿੱਦਾਂ ਨਹੀਂ ਕਹਿੰਦੇ ਹੁੰਦੇ ਕਿ ਕ੍ਰਿਸ਼ਨ ਜੀ ਕਹਿੰਦੇ ਕਿ ਆਪਣਾ ਉਹ ਕਰਦੇ ਸੀਗੇ, ਰਾਸ ਰਚਾਉਂਦੇ ਸੀ ਜਾਂ ਬੰਸਰੀ ਵਜਾਉਂਦੇ ਸੀ ਤੇ ਗੋਪੀਆਂ ਖੁਦ ਆ ਜਾਂਦੀਆਂ ਸੀਗੀਆਂ। ਇੱਦਾਂ ਹੀ ਕਲਾਸੀਕਲ ਮਿਊਜ਼ਿਕ ਹੈ, ਕਲਾਸੀਕਲ ਆਰਟ ਹੈ, ਇਹ ਸਾਰੀਆਂ ਚੀਜ਼ਾਂ। ਹੋਰ ਮੈਂ ਸਕਲਪਚਰਸ ਬਣਾਉਂਦੀ ਹਾਂ, ਹੋਰ ਮੈਂ ਮਤਲਬ ਟੈਕਸਟਾਈਲ
ਫੈਸ਼ਨ ਡਿਜ਼ਾਈਨਿੰਗ ਦੀ ਸਟੂਡੈਂਟ ਹੈਗੀ ਹਾਂ। ਓਕੇ ਓਕੇ। ਬੈਚਲਰ ਆਫ ਡਿਜ਼ਾਈਨਿੰਗ ਇਨ ਫੈਸ਼ਨਸ ਐਂਡ ਟੈਕਸਟਾਈਲਸ। ਠੀਕ ਹੈ ਜੀ। ਇਹਦੇ ਨਾਲ ਮਤਲਬ ਕਿ ਤੁਹਾਡਾ ਹੋਰ ਵੀ ਬਹੁਤ ਸਾਰਾ ਬਹੁਤ ਸਾਰੇ ਸ਼ੌਂਕ ਨੇ, ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਹੋਰ ਵੀ ਸ਼ੌਂਕ ਆ, ਜਿੱਦਾਂ ਮਿਊਜ਼ਿਕ ਦਾ ਤੁਸੀਂ ਦੱਸਿਆ ਸ਼ੌਂਕ ਆ, ਫਿਰ ਤੁਸੀਂ ਮਿੱਟੀ ਦੀਆਂ ਮੂਰਤਾਂ ਵੀ ਬਣਾਉਂਦੇ ਹੋ ਜੀ। ਸੋ ਉਹ ਵੀ ਇੱਕ ਬੜਾ ਅਨੋਖਾ ਸ਼ੌਂਕ ਆ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਮਤਲਬ ਕਿ ਕੀ ਸੋਚ ਕੇ ਤੁਹਾਡੇ ਦਿਮਾਗ 'ਚ ਆਈ ਕਿ ਤੁਸੀਂ ਮਿੱਟੀ ਦੀਆਂ ਮੂਰਤਾਂ ਬਣਾਉਣੀਆਂ ਕਿੱਦਾਂ? ਜੀ ਮੈਂ ਨਾ ਜਦੋਂ ਰੋਜ਼ ਆਪਣੇ ਕਾਲਜ ਜਾਂਦੀ ਸੀ ਹੈ ਨਾ, ਅਤੇ ਉੱਥੇ ਮੈਂ ਰਾਹ ਵਿੱਚ ਵੇਖਦੀ ਸੀ ਕਿ ਉੱਥੇ ਨਾ ਮਿੱਟੀ ਦੀਆਂ ਮੂਰਤਾਂ ਬਣਾ ਕੇ ਉਹ ਵੇਚਦੇ ਆ ਦੇਵੀ ਦੇਵਤਿਆਂ ਦੀਆਂ। ਹਾਂਜੀ। ਅਤੇ ਮੈਂ ਕਿਹਾ ਕਿਉਂ ਨਾ ਮੈਂ ਵੀ ਬਣਾਵਾਂ। ਸੋ ਮੈਂ ਉਹ ਜਦੋਂ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਮੇਰੇ ਦਿਮਾਗ ਦੇ ਵਿੱਚ ਅਲੱਗ-ਅਲੱਗ ਵਿਚਾਰ ਆਏ। ਮੈਂ ਇੱਕ ਕਵਿਤਾ ਵੀ ਇਸ 'ਤੇ ਲਿਖੀ ਸੀ, ਬੁੱਤ ਘਾੜਾ ਕਵਿਤਾ ਦਾ ਨਾਮ ਹੈ, ਪੁੰਗਰ ਦੇ ਹਰਫ ਦੇ ਵਿੱਚ ਉਹ ਕਵਿਤਾ ਹੈਗੀ ਹੈ। ਮੈਂ ਕਿਹਾ ਉਹ ਕੰਮ ਕਰਦਾ ਸੀ, ਮੈਂ ਵਹਿੰਦੀ ਸੀ, ਉਹ ਥੱਕਦਾ ਸੀ, ਮੈਂ ਸਹਿੰਦੀ ਸੀ। ਮਤਲਬ ਇੱਕ ਬੁੱਤ ਘਾੜਾ, ਉਹ ਕੰਮ ਕਰਦਾ ਸੀ, ਮੈਂ ਵਹਿੰਦੀ ਸੀ, ਉਹ ਥੱਕਦਾ ਸੀ, ਮੈਂ ਸਹਿੰਦੀ ਸੀ। ਮੈਂ ਵਹਿੰਦੀ ਰਹੀ, ਮੈਂ ਸਹਿੰਦੀ ਰਹੀ, ਹੁਣ ਕੁਦਰਤ ਮੇਰੇ 'ਤੇ ਮਿਹਰਬਾਨ ਹੋਈ ਅਤੇ ਇੱਕ ਦਿਨ ਮੇਰੀ ਆਤਮਾ ਉਸ ਬੁੱਤ ਘਾੜੇ ਵਿੱਚ ਜਾ ਵੜ ਗਈ। ਉਹ ਜੋ ਕਰਦਾ ਸੀ, ਉਹ ਹੱਥੋਂ ਜੋ ਵੀ ਮਰਦਾ ਸੀ, ਇੰਝ ਲੱਗੇ ਸਭ ਉਹ ਮੇਰਾ ਸੀ। ਜਦ ਮੈਂ ਉਸ ਵਿੱਚ ਸੀ ਨਿਵਾਸ ਕੀਤਾ, ਉਹਦੀ ਰੂਹ ਨੇ ਮੇਰੀ ਆਤਮਾ ਨੂੰ ਸੀ ਮਹਿਸੂਸ ਕੀਤਾ। ਮੈਂ ਸਭ ਕੁਝ ਉਹਦਾ ਸਹਿਣਾ ਸੀ ਹੁਣ ਸ਼ੁਰੂ ਕੀਤਾ। ਮੇਰੇ ਹੱਥ ਹਿਲਦੇ ਸੀ, ਕੁਝ ਰੁਕ ਜਾਂਦਾ ਸੀ। ਮੇਰੇ ਹੱਥੋਂ ਕੋਈ ਮੂਰਤ ਬਣਦੀ ਸੀ, ਸਭ ਆਪਣੀ ਲੈ ਸੂਰਤ ਮੜਦੇ ਸੀ। ਉਹਨਾਂ ਸੂਰਤਾਂ ਵਿੱਚ ਕਈ ਬੁੱਤ ਸਨ, ਸਭ ਹੀ ਮੁਤਾਬਿਕ ਰੁੱਤ ਸਨ। ਕੋਈ ਯੋਧੇ ਕੁਝ ਮਹਾਵੀਰ ਹੀ ਸਨ, ਕੋਈ ਰਾਜੇ ਕੁਝ ਫਕੀਰ ਹੀ ਸਨ। ਕੋਈ ਸੂਰਤ ਗੁਰੂ ਤੇ ਰੱਬ ਦਾ ਸੀ, ਹਰ ਬੁੱਤ ਜਾਨ ਨੂੰ ਲੱਭਦਾ ਸੀ। ਕਈ ਬੁੱਤ ਕਈਆਂ ਪਰੀਆਂ ਦੇ ਸੀ, ਉਹ ਜਿਵੇਂ ਆਤਮਾਵਾਂ ਮਰੀਆਂ ਦੇ ਸੀ। ਮੇਰੀ ਆਤਮਾ ਬੈਠੀ ਬੁੱਤਾਂ ਨੂੰ ਘੜਦੀ ਸੀ, ਇੱਕ ਕਦੀ ਜਿਉਂਦੀ ਬਹੁਤੀ ਮਰਦੀ ਸੀ। ਮੈਂ ਆਪਣੀ ਜਾਨ ਵਿੱਚ ਭਰ ਦਿੰਦੀ ਸੀ, ਮੈਂ ਸਭ ਕੁਰਬਾਨ ਕਰ ਦਿੰਦੀ ਸੀ। ਪਰ ਕਿਉਂ ਉਹਨਾਂ ਬੁੱਤਾਂ ਵਿੱਚ, ਜਿਵੇਂ ਮਾਂ ਦੇ ਪੁੱਤਾਂ ਵਿੱਚ, ਅੰਤ ਜਾਨ ਨਾ ਪੈਂਦੀ ਸੀ। ਸ਼ਾਨ ਤਾਂ ਪੂਰੀ ਪੈ ਜਾਂਦੀ ਸੀ, ਪਰ ਜਾਨ ਕਿਉਂ ਨਾ ਪੈਂਦੀ ਸੀ? ਕਦੇ ਕੋਸ਼ਿਸ਼ ਮੈਂ ਪੂਰੀ ਕਰਦੀ ਸੀ ਕਿ ਆਪਣੀ ਜਾਨ ਵਿੱਚ ਪਾ ਦੇਵਾਂ, ਪਰ ਮੈਂ ਤੇ ਆਪ ਕਰਮਾਂ 'ਤੇ ਹੱਸਦੀ ਸੀ। ਮੈਂ ਤੇ ਆਪ ਬੁੱਤ ਘਾੜੇ ਵਿੱਚ ਵਸਦੀ ਸੀ, ਮੈਂ ਤੇ ਆਪ ਬੁੱਤ ਘਾੜੇ ਵਿੱਚ ਵਸਦੀ ਸੀ। ਸੋ ਇੱਕ ਜਿਹੜਾ ਇੱਕ ਰਾਈਟਰ ਆ, ਜਾਂ ਫਿਰ ਇੱਕ ਜਿਹੜਾ ਬੁੱਤ ਘਾੜਾ ਆ, ਜਾਂ ਫਿਰ ਇੱਕ ਜਿਹੜਾ ਆਰਟਿਸਟ ਪੇਂਟਿੰਗ ਬਣਾਉਣ ਵਾਲਾ ਆ, ਉਹ ਜਦੋਂ ਕੋਈ ਕੰਮ ਕਰਦਾ ਹੈ ਤਾਂ ਉਹਨੂੰ ਇੱਦਾਂ ਲੱਗਦਾ ਕਿ ਉਹਦੀ ਰੂਹ ਅਤੇ ਉਹ ਚੀਜ਼ ਇੱਕਮਿਕ ਹੋ ਗਿਆ ਹੈ ਨਾ, ਕਿ ਸੋ ਇੱਦਾਂ ਹੀ ਮਹਿਸੂਸ ਕਰਕੇ ਚੀਜ਼ਾਂ ਹੁੰਦੀਆਂ ਨੇ। ਬਿਲਕੁਲ ਮਹਿਸੂਸ ਕਰਨਾ ਪੈਂਦਾ ਹੈ। ਕਈ ਵੇਲੇ ਸਾਨੂੰ ਲੱਗਦਾ ਕਿ ਸਾਨੂੰ ਇਸ ਬੁੱਤ ਨਾਲ ਪਿਆਰ ਹੋ ਗਿਆ, ਸਾਨੂੰ ਅਸੀਂ ਜਿਹੜੀ ਉਹ ਮੂਰਤ ਬਣਾਈ ਹੈ, ਸਾਨੂੰ ਉਹਦੇ ਨਾਲ ਪਿਆਰ ਹੋ ਗਿਆ, ਹਾਏ ਕਿੰਨੀ ਸੋਹਣੀ ਬਣੀ ਹੈ ਨਾ। ਸੋ ਇੱਦਾਂ ਹੁੰਦਾ ਹੈ। ਨਿਧੀ ਜੀ, ਜੇ ਗੱਲ ਕਰੀਏ 21ਵੀਂ ਸਦੀ ਦੀ, ਅੱਜ ਦੀ ਗੱਲ ਕਰੀਏ, ਤੇ ਅੱਜ ਵੀ ਜਿਹੜਾ ਲੋਕ ਜਿਹੜੇ ਕਿਤਾਬਾਂ ਪੜ੍ਹਦੇ ਨੇ ਜਾਂ ਸ਼ਾਇਰੀ ਦੇ ਸ਼ੌਕੀਨ ਨੇ, ਪੜ੍ਹਨ ਦੇ ਸ਼ੌਕੀਨ ਨੇ, ਉਹ ਅੱਜ ਵੀ ਨਾਮੀ ਸ਼ਾਇਰਾਂ ਨੂੰ ਪੜ੍ਹਦੇ ਨੇ, ਜਿਵੇਂ ਆਪਣੇ ਸ਼ਿਵ ਕੁਮਾਰ ਬਟਾਲਵੀ ਜੀ, ਸ਼ੇਖ ਫਰੀਦ ਜੀ, ਬੁੱਲੇ ਸ਼ਾਹ ਜੀ। ਅਤੇ ਅੱਜ ਕੱਲ੍ਹ ਨੌਜਵਾਨਾਂ ਨੂੰ ਵੀ ਕੋਈ ਬਹੁਤਾ ਸ਼ੌਂਕ ਨਹੀਂ ਰਿਹਾ ਮੇਰੇ ਹਿਸਾਬ ਨਾਲ ਇਹ ਪੋਇਟਰੀ ਲਿਖਣ ਦਾ। ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੇ ਅਸੀਂ ਗੱਲ ਕਰੀਏ ਸ਼ੌਂਕ ਦੀ, ਅਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ੌਂਕ ਨਹੀਂ ਰਿਹਾ। ਜੇ ਅਸੀਂ ਸੋਸ਼ਲ ਸਾਈਟਸ 'ਤੇ ਦੇਖੀਏ ਜਾਂ ਫਿਰ ਹੋਰ ਅਸੀਂ ਚੈੱਕ ਕਰੀਏ ਤਾਂ ਬਹੁਤ ਮਤਲਬ ਸਾਲਾਨਾ ਬਹੁਤ ਸਾਰੀਆਂ ਕਿਤਾਬਾਂ ਆਉਂਦੀਆਂ ਨੇ ਨੌਜਵਾਨਾਂ ਦੀਆਂ, ਹੈ ਨਾ, ਜਾਂ ਫਿਰ ਸੀਨੀਅਰ ਪੋਇਟਸ ਦੀਆਂ ਜਾਂ ਰਾਈਟਰਸ ਦੀਆਂ। ਸ਼ੌਂਕ ਹੈਗਾ ਹੈ, ਪਰ ਉਹ ਚੀਜ਼ ਇੰਨੀ ਉੱਭਰ ਕੇ ਨਹੀਂ ਆ ਰਹੀ, ਕਿਉਂਕਿ ਮਤਲਬ ਸਾਡੇ ਅੱਜ ਕੱਲ੍ਹ ਗੈਜਟਸ ਆ ਗਏ ਹੈ ਨਾ, ਮੋਬਾਈਲਸ ਨੂੰ ਅਸੀਂ, ਲੈਪਟੋਪਸ ਨੂੰ, ਜਾਂ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਹੈ ਨਾ ਕਰਦੇ ਹਾਂ ਕਿ ਇਹ ਬਹੁਤ ਵਧੀਆ ਪ੍ਰੈਫਰ ਕਰਦੇ ਹਾਂ। ਅਤੇ ਕਿਤਾਬਾਂ ਨੂੰ ਇੰਨਾ ਜ਼ਿਆਦਾ ਪੜ੍ਹਿਆ ਨਹੀਂ ਜਾਂਦਾ ਹੈ ਨਾ, ਕਿ ਉਹ ਕਹਿ ਦਿੰਦੇ ਕਿ ਛੱਡ ਪਰਾਂ, ਕਿੰਨਾ ਟਾਈਮ ਲੱਗੂਗਾ ਹੈ ਨਾ। ਕਿ ਉਹ ਮੰਮਾ ਵੀ, ਉਹ ਮਤਲਬ ਬੱਚਿਆਂ ਦੇ ਮੈਂ ਦੇਖਦੀ ਹਾਂ, ਉਹਨਾਂ ਦੀਆਂ ਮੰਮਾ ਕਹਿ ਦਿੰਦੀਆਂ ਕਿ ਬੱਚੇ ਤੁਸੀਂ ਨਾ ਆਪਣਾ ਬਸ ਆਪਣਾ ਸਿਲੇਬਸ ਦਾ ਹੀ ਪੜ੍ਹ ਲਓ, ਇਟਸ ਇਨਫ ਹੈ ਨਾ, ਕਿ ਤੁਸੀਂ ਬਾਕੀ ਛੱਡੋ ਪਰਾਂ, ਤੁਸੀਂ ਬਸ ਸਿਲੇਬਸ ਦਾ ਪੜ੍ਹ ਲਓ, ਕੀ ਕਰਨਾ ਹੈ ਨਾ। ਸੋ ਇਹ ਚੀਜ਼ਾਂ ਹੋ ਗਈਆਂ। ਬਾਕੀ ਜੇ ਅਸੀਂ ਕਹੀਏ ਬਾਬਾ ਬੁੱਲੇ ਸ਼ਾਹ ਹੋਰੀ, ਦੇਖੋ ਤੁਸੀਂ ਉਹਨਾਂ ਦੀ ਕਿੰਨੀ ਜ਼ਿਆਦਾ ਮੌਸੀਕੀ ਹੈ, ਕਿੰਨਾ ਉਹ ਹਕੀਕੀ ਵਿੱਚ ਜਾ ਕੇ ਲਿਖਦੇ ਹੈ। ਉਹ ਕਹਿੰਦੇ ਵੇ ਮੈਂ ਤਾਂ ਮੰਗ ਰਾਂਝਣ ਦੀ ਹੋਈ ਹਾਂ, ਮੇਰਾ ਬਾਬਲ ਕਰਦਾ ਧੱਕਾ ਨੀ ਮੈਂ ਕਮਲੀਆਂ, ਹਾਜੀ ਲੋਕ ਮੱਕੇ ਵੱਲ ਜਾਂਦੇ, ਮੇਰਾ ਰਾਂਝਾ ਮੇਰਾ ਮੱਕਾ ਨੀ ਮੈਂ ਕਮਲੀਆਂ, ਹੈ ਨਾ। ਅਤੇ ਉਹਨਾਂ ਨੇ ਦੇਖੋ ਰਾਂਝਣ, ਉਹਨਾਂ ਨੇ ਕਿਸ ਰਾਂਝੇ ਦੀ ਗੱਲ ਕੀਤੀ ਆ? ਉਹਨਾਂ ਨੇ ਪਰਮਾਤਮਾ, ਉਸ ਪਾਰ ਬ੍ਰਹਮ ਨੂੰ ਆਪਣਾ ਰਾਂਝਾ ਮੰਨਿਆ ਹੈ ਨਾ, ਕਿ ਹਾਜੀ ਲੋਕ ਮੱਕੇ ਵੱਲ ਜਾਂਦੇ ਅਤੇ ਮੇਰਾ ਰਾਂਝਾ ਮੇਰਾ ਮੱਕਾ ਨੀ ਮੈਂ ਕਮਲੀਆਂ, ਹੈ ਨਾ। ਅਤੇ ਮੈਂ ਤੇ ਮੰਗ ਰਾਂਝਣ ਦੀ ਹੋਈ ਹਾਂ ਅਤੇ ਮੇਰਾ ਬਾਬਲ ਕਰਦਾ ਧੱਕਾ ਨਹੀਂ ਮੈਂ ਕਮਲੀਆਂ, ਹੈ ਨਾ, ਕਿ ਮੈਂ ਤਾਂ ਪਰਮਾਤਮਾ ਵੱਲ ਜਾਣਾ ਹੈ। ਅਤੇ ਲੋਕ ਮੈਨੂੰ ਕਹਿੰਦੇ ਕਿ ਨਹੀਂ, ਤੂੰ ਆਹ ਚੀਜ਼ ਕਰ ਅਤੇ ਤੂੰ ਉਹ ਚੀਜ਼ ਕਰ। ਸੋ ਉਹ ਬਹੁਤ ਵੱਡੀਆਂ ਚੀਜ਼ਾਂ ਆ, ਹੈ ਨਾ, ਉਹ ਬਹੁਤ ਪਹੁੰਚੇ ਹੋਏ ਸੀਗੇ। ਅਤੇ ਫਿਲਹਾਲ ਜੇ ਅਸੀਂ ਵੇਖੀਏ ਤਾਂ ਅੱਜ ਕੱਲ੍ਹ ਆਪਣੇ ਸਤਿੰਦਰ ਸਰਤਾਜ ਸਾਹਿਬ ਜਿਹੜੇ ਆ, ਉਹ ਇਸ ਚੀਜ਼ ਦੇ ਵਿੱਚ ਬੜੇ ਜ਼ਿਆਦਾ ਪਰਪੱਕ ਹੈਗੇ ਆ, ਹੈ ਨਾ, ਬਹੁਤ ਚੰਗਾ ਲਿਖਦੇ ਆ। ਸੋ ਹੋ ਰਿਹਾ, ਹੌਲੀ ਹੌਲੀ ਹੋ ਰਿਹਾ ਆ।
ਹੈ ਨਾ, ਕਿ ਇੱਕਦਮ ਨਹੀਂ ਚੀਜ਼ ਹੁੰਦੀ। ਸੋ ਮਤਲਬ ਜਿਹੜੇ ਨਵੇਂ ਸ਼ਾਇਰ ਹੈ ਜੋ ਉਹਨਾਂ ਨੂੰ ਪੜ੍ਹਿਆ ਨਹੀਂ ਜਾ ਰਿਹਾ, ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਉਹਨਾਂ ਦਾ ਸ਼ੁਰੂਆਤੀ ਦੌਰ ਹੈ, ਜਾਂ ਫਿਰ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਹੈ ਨਾ, ਹੌਲੀ ਹੌਲੀ ਪ੍ਰਮੋਸ਼ਨਸ ਹੁੰਦੀਆਂ ਹੈ, ਹੌਲੀ ਹੌਲੀ ਲੋਕੀ ਜਾਣਦੇ ਆ, ਪਹਿਚਾਣਦੇ ਆ। ਸੋ ਜੇ ਆਪਾਂ ਇੱਕਦਮ ਕਹੀਏ ਤਾਂ ਇੱਕਦਮ ਤੇ ਕੁਝ ਨਹੀਂ ਹੁੰਦਾ, ਜ਼ਿੰਦਗੀ ਇੱਕਦਮ ਨਹੀਂ ਚੱਲਦੀ ਨਾ। ਉਹ ਅਗਲਾ ਇਹ ਸਵਾਲ ਹੈ ਕਿ ਤੁਸੀਂ ਸਭ ਤੋਂ ਪਹਿਲੀ ਕਵਿਤਾ ਕਿਹੜੀ ਲਿਖੀ ਸੀਗੀ? ਕੋਈ ਸੁਣਾਓ ਸਾਡੇ ਦਰਸ਼ਕਾਂ ਨੂੰ, ਜਿਹੜੀ ਤੁਹਾਡੀ ਪਹਿਲੀ ਕਵਿਤਾ ਸੀ ਜਾਂ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਜੀ ਮੈਂ ਪਹਿਲੀ ਕਵਿਤਾ ਸੁਣਾਵਾਂ ਕਿ ਆਪਣੀ ਪਸੰਦੀਦਾ ਕਵਿਤਾ? ਪਹਿਲਾਂ ਤੁਸੀਂ ਆਪਣੀ ਪਸੰਦੀਦਾ ਸੁਣਾ ਦਿਓ। ਜੀ ਮੇਰੀ ਪਸੰਦੀਦਾ ਕਵਿਤਾ, ਮੈਂ ਆਪਣੀ ਬੁੱਕ ਲੈ ਲਵਾਂ ਪਹਿਲਾਂ, ਹੈ ਨਾ ਜੀ। ਜਿਉਣ ਦੀ ਹਸਰਤ ਵਿੱਚ ਤੜਪਦੀ ਰਹਿ ਗਈ ਕੋਈ ਆਸ ਅੰਦਰ, ਰੁਦਨ ਨਾਲ ਭਰੇ ਮਨ 'ਚੋਂ ਭਾਲਦੇ ਰਹੇ ਹਾਸ ਅੰਦਰ। ਮੈਂ ਔਰਤ ਹਾਂ ਜਨਮੀ ਨਹੀਂ ਅਵਤਾਰੀ ਹਾਂ ਆਦਮ ਲਈ, ਸੱਚ ਸਵੀਕਾਰ ਹੋਰ ਕੁਝ ਨਾ ਲੱਭ ਮੇਰੇ ਮਾਸ ਅੰਦਰ। ਹਰ ਵਾਰ ਨਿਕਾਰਿਆ ਜਦੋਂ ਬੁੱਤਾਂ ਦੀ ਸੂਰਤ ਨੂੰ ਦੁਨੀਆ ਨੇ, ਤਿੜਕ ਕੇ ਮਰ ਗਿਆ ਬੁੱਤ ਕਾੜੇ ਦਾ ਤਰਵਾਸ ਅੰਦਰ। ਸਾਡੀ ਲਾਚਾਰੀ ਵਿੱਚ ਜਿਸ ਹੱਸ ਬੁਲਾਇਆ ਅਸੀਂ ਉਹਦੇ ਹੋਏ, ਸਾਡੀ ਲਾਚਾਰੀ ਵਿੱਚ ਜਿਸ ਹੱਸ ਬੁਲਾਇਆ ਅਸੀਂ ਉਹਦੇ ਹੋਏ। ਹੋਰ ਕੋਈ ਨਾ ਕਿਧਰੇ ਬੈਠਿਆ ਦਿਲ ਖਾਸ ਅੰਦਰ, ਉਹ ਲੱਭਣ ਆਏ ਸੱਚ ਦੇ ਰੁੱਖ ਸਨ ਮੇਰੀ ਕਬਰ ਉੱਤੇ। ਮੈਂ ਜਾਣਦੀ ਹਾਂ ਸੱਚ ਹੋਣਾ ਅਨਮੁੱਲਾ ਹੈ ਕਿਸੇ ਲਾਸ਼ ਅੰਦਰ, ਤੁਹਾਨੂੰ ਕੁਦਰਤ ਆਪ ਬੁਲਾਵੇ ਨਿਰਭਰ ਕਰਦਾ ਹੈ ਚੰਗੇਜ਼ ਕਾਰਨ, ਨਹੀਂ ਤਾਂ ਰੱਬ ਦੇ ਕਿਕਣ ਰੱਬ ਨਹੀਂ ਕਰਦਾ ਵਾਸ ਅੰਦਰ। ਸੋ ਇਹ ਮੇਰੀ ਬਹੁਤ ਮਨਪਸੰਦੀਦਾ ਕਵਿਤਾ ਹੈਗੀ ਹੈ। ਬਹੁਤ ਖੂਬ ਜੀ। ਬਾਕੀ ਰਾਈਟਰ ਦਾ ਤਾਂ ਸਭ ਕੁਝ ਹੀ ਪਸੰਦ ਹੁੰਦਾ ਹੈ, ਜੋ ਅਸੀਂ ਲਿਖ ਦਿੰਦੇ ਹਾਂ ਹੈ ਨਾ, ਉਹ ਕੁਝ ਨਾ ਕੁਝ ਸਾਡੀ ਪਸੰਦ ਹੁੰਦੀ ਹੈ। ਠੀਕ ਹੈ ਜੀ। ਤੁਹਾਨੂੰ ਕਿਹੜਾ ਰਾਈਟਰ ਪੜ੍ਹਨਾ ਪਸੰਦ ਆ? ਕਿਹੜੇ ਸ਼ਾਇਰ ਨੂੰ ਤੁਸੀਂ ਪੜ੍ਹਨਾ ਪਸੰਦ ਕਰਦੇ? ਜੀ ਸ਼ਾਇਰ ਤਾਂ ਮੈਨੂੰ ਕਾਫੀ ਪਸੰਦ ਹੈਗੇ ਹੈ, ਜਿਵੇਂ ਡਾਕਟਰ ਜਗਤਾਰ, ਨਵਤੇਜ ਭਾਰਤੀ, ਹੋਰ ਬਹੁਤ ਸਾਰੇ ਸ਼ਾਇਰ ਹਨ, ਜਿਵੇਂ ਮਿਰਜ਼ਾ ਗਾਲਿਬ, ਬਾਬਾ ਬੁੱਲੇ ਸ਼ਾਹ ਹੋਰੀ ਹੈ ਨਾ, ਸ਼ੇਖ ਫਰੀਦ ਹੋਰੀ, ਵਾਰਿਸ ਸ਼ਾਹ ਹੋਰੀ। ਮਤਲਬ ਸ਼ਾਇਰ ਤਾਂ ਕਾਫੀ ਪਸੰਦ ਨੇ, ਕਿ ਮਤਲਬ ਜਿਨ੍ਹਾਂ ਨੇ ਇੰਨਾ ਕੁਝ ਹੈ ਨਾ ਸਾਡੇ ਵਾਸਤੇ ਕੀਤਾ, ਸਾਡੇ ਵਾਸਤੇ ਲਿਖਿਆ, ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਹੈ ਨਾ, ਅਤੇ ਅਸੀਂ ਉਹਨਾਂ ਨੂੰ ਕਿਉਂ ਨਾ ਪਸੰਦ ਕਰੀਏ। ਨਹੀਂ, ਤੁਸੀਂ ਕਿਸ ਨੂੰ ਜ਼ਿਆਦਾ ਪੜ੍ਹਦੇ ਵੈਸੇ? ਜੀ ਮੈਂ ਇਹਨਾਂ ਸਾਰਿਆਂ ਨੂੰ ਹੀ ਮੈਨੂੰ ਪੜ੍ਹਨਾ ਪਸੰਦ ਹੈਗਾ, ਕਿ ਕਿਸੇ ਨੂੰ ਮੈਂ ਮਤਲਬ ਖਾਸ ਇੱਕ ਨੂੰ ਮੈਂ ਹਾਲੇ ਜੀ ਮੈਂ ਸਭ ਨੂੰ ਇੱਕ ਹੀ ਮੰਨਦੀ ਹਾਂ। ਠੀਕ, ਕਿ ਉਹਨਾਂ ਵਾਸਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਉੱਪਰ ਹੈ ਤੇ ਕੋਈ ਨੀਚੇ ਹੈ ਨਾ, ਸਭ ਅੱਛੇ ਹੈ। ਠੀਕ ਹੈ। ਸੋ ਨਿਧੀ ਜੀ, ਮੈਂ ਵੀ ਤੁਹਾਡੀ ਪੁੰਗਰ ਦੇ ਹਰਫ ਕਿਤਾਬ ਜਿਹੜੀ ਉਹ ਪੜ੍ਹੀ ਹੈ, ਅਤੇ ਕਾਫੀ ਕਵਿਤਾਵਾਂ ਮੈਨੂੰ ਉਹਦੇ ਵਿੱਚੋਂ ਪਸੰਦ ਆਈਆਂ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਹਾਣੀਆਂ ਵੀ ਬੜੀਆਂ ਪੇਸ਼ ਕੀਤੀਆਂ ਆਪਣੀਆਂ ਕਵਿਤਾਵਾਂ ਦੇ ਵਿੱਚ, ਉਸ ਦਾ ਕੋਈ ਖਾਸ ਕਾਰਨ? ਜੀ ਜੇ ਅਸੀਂ ਕਹਾਣੀਆਂ ਦੀ ਗੱਲ ਕਰੀਏ ਤਾਂ ਕੰਢਿਆਂ ਦੇ ਬੂਟੇ ਤੋਂ ਗੁਲਾਬ ਲੈਣ ਚੱਲੇ ਹਾਂ, ਗਵਾਚੇ ਹੋਏ ਸੁਰਾਂ ਦੀ ਰਬਾਬ ਲੈਣ ਚੱਲੇ ਹਾਂ। ਆਖਦੇ ਸੀ ਜੋ ਕਿ ਉਹ ਮੌਸਮਾਂ ਦੇ ਜਾਏ ਨੇ, ਉਹਨਾਂ ਕੋਲੋਂ ਚੜੇ ਚੇਤ ਦਾ ਹਿਸਾਬ ਲੈਣ ਚੱਲੇ ਹਾਂ। ਗੁੰਦ ਲਈਆਂ ਗੁੱਤਾਂ ਤੇ ਲੈ ਲਈਆਂ ਚੁੰਨੀਆਂ, ਤੈਨੂੰ ਦੱਸਿਆ ਸੀ ਅਸੀਂ ਪੰਜਾਬ ਲੈਣ ਚੱਲੇ ਹਾਂ। ਸੋ ਇਹੀ ਚੀਜ਼ਾਂ ਨਾ ਕਿ ਅਸੀਂ ਜਿਹੜੇ ਲੋਕ ਆਪਾਂ ਭਾਰਤ ਨੂੰ ਲੈ ਲਈਏ ਜਾਂ ਪੰਜਾਬ ਨੂੰ ਲੈ ਲਈਏ ਹੈ ਨਾ, ਇੱਥੇ ਐਵੇਂ ਹੈ ਕਿ ਬੱਚਾ ਜਦੋਂ ਵੱਡਾ ਹੁੰਦਾ ਹੈ ਅਤੇ ਉਹਦੀ ਮਾਂ ਉਹਨੂੰ ਸਟੋਰੀਜ਼ ਸੁਣਾ ਕੇ, ਕਹਾਣੀਆਂ ਸੁਣਾ ਕੇ ਪਾਲਦੀ ਹੈ ਨਾ, ਨੀਂਦ ਹੀ ਨਹੀਂ ਆਉਂਦੀ ਉਨੀ ਦੇਰ ਤੱਕ ਜਦੋਂ ਕਹਾਣੀ ਨਾ ਸੁਣੀਏ ਹੈ ਨਾ। ਸੋ ਮੇਰੇ ਬਚਪਨ ਦੇ ਵਿੱਚ ਵੀ ਇਹੀ ਚੀਜ਼ਾਂ ਹੋਈਆਂ। ਮੇਰੇ ਦਾਦੀ, ਮੇਰੇ ਦਾਦਾ ਜੀ ਹੈ ਨਾ, ਮੰਮਾ ਹੋਣੀ, ਇਹ ਸਾਰਿਆਂ ਨੇ ਜਦੋਂ ਅਸੀਂ ਸੌਣ ਲੱਗਣਾ ਅਤੇ ਮੰਮਾ ਕਹਾਣੀ ਸੁਣਾਓ ਹੈ ਨਾ, ਫਿਰ ਉਹਨਾਂ ਨੇ ਕਹਾਣੀ ਸੁਣਾਉਣੀ, ਫਿਰ ਅਸੀਂ ਕਿੰਨੀ ਦੇਰ ਨਹੀਂ ਹੋਰ ਸੁਣਾਓ ਹੈ ਨਾ, ਫਿਰ 1 2 3 ਉਹ ਸੁਣੀ ਜਾਣੀਆਂ। ਫਿਰ ਮੈਂ ਜਦੋਂ ਇੱਦਾਂ ਹੀ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਮੇਰੇ ਦਾਦੀ ਨੂੰ ਮੈਂ ਕਿਹਾ, ਮੰਮਾ ਜਿਹੜੀਆਂ ਤੁਸੀਂ ਉਦੋਂ ਕਹਾਣੀਆਂ ਸੁਣਾਉਂਦੇ ਸੀ ਉਹ ਕਹਾਣੀਆਂ ਸੁਣਾਓ ਹੈ ਨਾ, ਜਿੱਦਾਂ ਰੂਪ ਬਸੰਤ ਦੀ ਕਹਾਣੀ ਹੋ ਗਈ ਹੈ ਨਾ, ਕੰਨਿਆ ਕੁਮਾਰੀ ਦੀ ਕਹਾਣੀ ਹੋ ਗਈ। ਕਾਫੀ ਕਹਾਣੀਆਂ ਹੈ ਜਿਹੜੀਆਂ ਕਿ ਸਿਰਫ ਕਿਤਾਬਾਂ ਦੇ ਵਿੱਚ ਰਹਿ ਜਾਂਦੀਆਂ, ਜਾਂ ਮੇਰੇ ਦਾਦੀ ਕਹਿੰਦੇ ਹੁਣ ਤਾਂ ਇੱਦਾਂ ਦੀਆਂ ਕਹਾਣੀਆਂ ਲੱਭਦੀਆਂ ਹੀ ਨਹੀਂ ਹੈ ਨਾ, ਉਹ ਜਿਹੜੀਆਂ ਅਸੀਂ ਉਸ ਟਾਈਮ 'ਚ ਪੜ੍ਹਦੇ ਹੁੰਦੇ ਸੀ ਜਾਂ ਜਿੱਦਾਂ। ਸੋ ਮੈਂ ਸੋਚਿਆ ਕਿਉਂ ਨਾ ਉਹਨਾਂ ਨੂੰ ਅਸੀਂ ਕਵਿਤਾ ਦੇ ਰੂਪ 'ਚ ਪੇਸ਼ ਕਰ ਦਈਏ, ਨਾਲੇ ਉਹ ਪੜ੍ਹਨੀ ਵੀ ਸੌਖੀ ਹੋਊਗੀ, 2 ਪੇਜ ਦੀ ਹੋਊਗੀ ਹੈ ਨਾ, ਕਿਤੇ ਨਾਲੇ ਉਹ ਚੰਗੀ ਵੀ ਲੱਗੇਗੀ। ਸੋ ਕੁਝ ਕ੍ਰੀਏਸ਼ਨ ਸੀ, ਇਹ ਵੀ ਕੁਝ ਇਮੈਜੀਨੇਸ਼ਨ ਸੀ। ਬਹੁਤ ਅੱਛਾ। ਅਤੇ ਮੈਂ ਤੁਹਾਡੀ ਇੱਕ ਇੱਦਾਂ ਹੀ ਕਵਿਤਾ ਜਿਹੜੀ ਪੜ੍ਹੀ ਸੀ ਭੰਵਰਾ, ਉਹਦੇ ਵਿੱਚ ਵੀ ਤੁਸੀਂ ਕਾਫੀ ਵਧੀਆ ਜ਼ਿਕਰ ਕੀਤਾ ਕਿ ਇੱਕ ਭੰਵਰਾ ਜਿਹੜਾ ਉਹ ਫੁੱਲ 'ਤੇ ਬੈਠਣ ਤੋਂ ਲੈ ਕੇ ਉਹਦੀ ਜ਼ਿੰਦਗੀ ਅਤੇ ਮੌਤ ਦੀ ਸਾਰੀ ਕਹਾਣੀ ਜਿਹੜੀ ਉਹਦੇ ਵਿੱਚ ਤੁਸੀਂ ਬਿਆਨ ਕੀਤੀ ਆ। ਉਸ ਕਵਿਤਾ ਦੇ ਜੇ ਆਪਾਂ ਗੱਲ ਕਰੀਏ ਤਾਂ ਉਹ ਵੀ ਇੱਕ ਕਹਾਣੀ ਦੇ ਨਾਲ ਜੁੜੀ ਹੋਈ ਆ। ਜੀ, ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਇੱਕ ਜਿਉਣ ਅਤੇ ਮਰਨ ਦਾ ਖੇਲ ਆ। ਅੱਜ ਕੱਲ੍ਹ ਅਸੀਂ ਇੱਕ ਲਫ਼ਜ਼ ਹੋਰ ਯੂਜ਼ ਕਰਦੇ ਹਾਂ ਕਿ ਨਹੀਂ ਜੀ ਮੈਂ ਨਾ ਜ਼ਿੰਦਗੀ ਜਿਉਣੀ ਨਹੀਂ ਚਾਹੁੰਦਾ, ਮੈਂ ਨਾ ਮਾਨਣੀ ਚਾਹੁੰਦਾ ਹਾਂ, ਜਾਂ ਜਿਉਣੀ ਨਹੀਂ ਚਾਹੁੰਦਾ, ਮੈਂ ਮਾਨਣੀ ਚਾਹੁੰਦੀ ਹਾਂ ਹੈ ਨਾ। ਜੇ ਅਸੀਂ ਇਸ
ਚੀਜ਼ ਨਾਲ ਵੇਖੀਏ ਤੇ ਜ਼ਿੰਦਗੀ ਹੈਗਾ ਤੇ ਜਿਉਣ ਤੇ ਮਰਨ ਤੱਕ ਦਾ ਹੀ ਖੇਲ ਆ ਹਨਾ। ਬਿਲਕੁਲ। ਪਤਾ ਨਹੀਂ ਭਲ ਕੇ ਕੀ ਹੋ ਜਾਣਾ, ਪਤਾ ਨਹੀਂ ਕੱਲ ਕੀ ਹੋ ਜਾਣਾ ਜਾਂ ਪਰਸੋਂ ਕੀ ਹੋ ਜਾਣਾ ਜਾਂ ਅਗਲੇ ਸੈਕਿੰਡ ਕੀ ਹੋ ਜਾਣਾ। ਸੋ ਇਦਾਂ ਜਿਹੜਾ ਭਵਰਾ ਆ ਉਹਨੂੰ ਕੀ ਪਤਾ ਹੈ ਕਿ ਉਹ ਕਮਲ 'ਚ ਬੈਠੂਗਾ ਤੇ ਰਾਤੀ ਉਹਨੇ ਤਾਂ ਸੋਚਿਆ ਕਿ ਕਿੰਨੀ ਸੋਹਣੀ ਰੇਸ਼ਮੀ ਜਿਹੀ ਚੱਦਰ ਆ, ਕਿੰਨਾ ਸੋਹਣਾ ਰੇਸ਼ਮੀ ਜਿਹਾ ਫੁੱਲ ਆ, ਅਗਲਾ ਬਹਿ ਜਾਂਦਾ ਜਾ ਕੇ ਹਨਾ ਇੱਕ ਭਵਰਾ। ਤੇ ਫਿਰ ਜੀ ਉਹਨੇ ਜਦੋਂ ਤੱਕ ਸੂਰਜ ਹੈ ਉਦੋਂ ਤੱਕ ਉਹ ਖੁੱਲਿਆ ਆ, ਜਦੋਂ ਤੱਕ ਸੂਰਜ ਨਹੀਂ ਹੈਗਾ ਉਹ ਬੰਦ ਹੋ ਗਿਆ। ਸੋ ਹਨਾ ਇਹ ਚੀਜ਼ਾਂ। ਤੇ ਉਹ ਫਿਰ ਰਾਤ ਨੂੰ ਕੀ ਹੋਇਆ, ਉਹ ਜਦੋਂ ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ ਤੇ ਜਿਹੜਾ ਭਵਰਾ ਆ ਉਹ ਅੰਦਰ ਰਹਿ ਜਾਂਦਾ ਹੈ ਤੇ ਸਵੇਰੇ ਜਦੋਂ ਖਤਮ ਹੋ ਜਾਂਦਾ ਹੈ। ਸੋ ਇੱਦਾਂ ਹੀ ਹੁੰਦਾ ਆ, ਜ਼ਿੰਦਗੀ ਵੀ ਇਹੀ ਹੈ। ਪਰਮਾਤਮਾ ਨੇ ਸਾਨੂੰ ਪਤਾ ਨਹੀਂ ਕਿਹੜਾ ਸਾਥ ਦੇਣਾ ਹੈ ਕਿ ਨਹੀਂ ਹੈ। ਸੋ ਸ਼ੁਕਰਾਨਾ ਕਰੋ ਕਿ ਸਾਨੂੰ ਇੰਨੀ ਅੱਛੀ ਜ਼ਿੰਦਗੀ ਮਿਲੀ ਹੈ। ਸੋ ਨਿਧੀ ਜੀ, ਇੱਕ ਮੇਰਾ ਸਵਾਲ ਹੋਰ ਹੈ ਕਿ ਜਿਵੇਂ ਤੁਸੀਂ ਕਵਿਤਾਵਾਂ ਲਿਖੀਆਂ, ਮੈਂ ਤੁਹਾਡੀ ਕਿਤਾਬ ਪੜ੍ਹੀ ਸੀਗੀ, ਉਹਦੇ ਵਿੱਚ ਤੁਸੀਂ ਪੀਂਘ ਬਾਰੇ ਲਿਖਿਆ ਵਾ, ਪੁਰਾਤਨ ਚੀਜ਼ਾਂ ਜਿਵੇਂ ਖੂਹ ਹੋ ਗਿਆ, ਵਿਰਸੇ 'ਤੇ ਤੁਸੀਂ ਕਾਫੀ ਲਿਖਿਆ। ਵਿਰਸੇ ਤੇ ਹਾਂਜੀ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿੱਦਾਂ ਤੁਸੀਂ ਪੀਂਘ, ਖੂਹ, ਇਹਨਾਂ ਚੀਜ਼ਾਂ 'ਤੇ ਲਿਖਿਆ, ਇਹ ਇੱਕ ਕਲਪਨਾ ਵਜੋਂ ਸੀ ਜਾਂ ਤੁਸੀਂ ਇਹ ਚੀਜ਼ਾਂ ਦੇਖੀਆਂ, ਅਨੁਭਵ ਕੀਤਾ ਇਹਨਾਂ ਦਾ? ਜੀ ਮੈਂ ਹਾਂ ਵਿਰਸਾ ਪੰਜਾਬ ਦਾ ਮੈਨੂੰ ਨਾਮ ਮਨੋਵਸਾਰ। ਸੋ ਵਿਰਸਾ ਜਿਹੜਾ ਆ ਨਾ, ਇਹ ਪੀਂਘ ਹੋ ਗਿਆ, ਖੂਹ ਹੋ ਗਿਆ, ਬਿਲਕੁਲ ਦੇਖੇ ਸਨ ਹੈ ਨਾ। ਸਾਡੇ ਘਰੇ ਪੀਂਘਾਂ ਅਸੀਂ ਰੁੱਖਾਂ 'ਤੇ ਪਾਈਆਂ ਸੀ, ਫਿਰ ਅਸੀਂ ਜਿੱਦਾਂ ਉਹ ਰੁੱਖ ਜਿੱਦਾਂ ਗਿਰ ਗਏ ਹੈ ਨਾ ਹਵਾ ਦੇ ਨਾਲ, ਉਹ ਪੀਂਘਾਂ ਟੁੱਟ ਗਈਆਂ। ਅਤੇ ਉਹ ਇੱਦਾਂ ਹੁੰਦਾ ਆ ਹੈ ਨਾ, ਕਈ ਲੋਕ ਰੁੱਖ ਕੱਟ ਦਿੰਦੇ ਆ, ਖੂਹ ਖਤਮ ਹੋ ਗਏ ਆ ਹੈ ਨਾ। ਅਸੀਂ ਜਿੱਦਾਂ ਮੰਦਿਰ ਗੁਰਦੁਆਰੇ ਜਾਂਦੇ ਸੀ ਪਹਿਲਾਂ ਸਾਡੇ ਪਿੰਡ ਵਿੱਚ, ਉੱਥੇ ਖੂਹ ਹੁੰਦੇ ਸੀ ਹੈ ਨਾ। ਸੋ ਥੋੜ੍ਹੀ ਦੇਰ ਬਾਅਦ ਜਦੋਂ ਪਾਣੀ ਮਤਲਬ ਮਿਲਣ ਲੱਗ ਪਿਆ ਸਾਨੂੰ ਬਹੁਤ ਅੱਛੇ ਤਰੀਕੇ ਆ ਹੈ ਨਾ, ਨਵੇਂ ਰਿਸੋਰਸਿਸ ਆ ਗਏ। ਸੋ ਉਹ ਚੀਜ਼ ਖਤਮ ਹੋ ਗਈ। ਪਰ ਨਹੀਂ, ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਉਹ ਹੁਣ ਵਿਰਸਾ ਬਣ ਕੇ ਜਾਂ ਫਿਰ ਉਹ ਬਸ ਆਪਾਂ ਫੋਟੋ ਖਿਚਾਉਣ ਜੋਗਾ ਰਹਿ ਗਿਆ। ਅਸੀਂ ਦੇਖਦੇ ਹਾਂ, ਅਸੀਂ ਪੰਜਾਬੀ ਵਿਰਸੇ ਜਾਂਦੇ ਹਾਂ ਹੈ ਨਾ, ਹਵੇਲੀ ਜਾਂਦੇ ਹਾਂ, ਉੱਥੇ ਖੂਹ ਹੁੰਦਾ, ਅਸੀਂ ਬੜੀ ਹੈ ਨਾ ਮਤਲਬ ਸਟਾਈਲ ਮਾਰ ਕੇ ਫੋਟੋ ਖਿਚਾਉਂਦੇ ਹਾਂ। ਪਰ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਸੱਭਿਅਤਾ ਹੈ ਨਾ ਹੈਗੀਆਂ ਆ, ਪੁਰਾਤਨ ਚੀਜ਼ਾਂ ਸਾਡੀ, ਇਹ ਸਾਡੀ ਸੱਭਿਅਤਾ ਆ। ਦੀਵੇ, ਆਲੇ ਹੈ ਨਾ, ਕਈ ਚੀਜ਼ਾਂ ਜਿਹੜੀਆਂ ਕਿ ਅਸੀਂ ਵਿਸਰ ਗਈਆਂ ਆ। ਸੋ ਉਹਨਾਂ ਨੂੰ ਵਿਸਾਰਨਾ ਨਹੀਂ ਚਾਹੀਦਾ। ਤੁਸੀਂ ਆਪਣੇ ਘਰੇ ਉਹਨਾਂ ਨੂੰ ਐਜ਼ ਅ ਡੈਕੋਰੇਟਿਵ ਪੀਸਿਸ ਲਗਾਓ ਹੈ ਨਾ। ਮਧਾਣੀਆਂ ਆ, ਕਈਆਂ ਦੇ ਘਰ ਪਈਆਂ ਹੁੰਦੀਆਂ, ਚੱਕੀ ਪਈ ਹੁੰਦੀ ਹੈ, ਉਹ ਲੋਕ ਕੀ ਕਰਦੇ ਆ ਕਿ ਹਾਏ ਇਹ ਤਾਂ ਫਾਲਤੂ ਪਈ ਹੈ ਨਾ, ਇਹਨੂੰ ਸਿੱਟ ਦਿਓ। ਨਹੀਂ, ਸੁੱਟੋ ਨਾ। ਉਹਨਾਂ ਚੀਜ਼ਾਂ ਨੂੰ ਆਪਣੇ ਘਰ ਡੈਕੋਰੇਟਿਵ ਪੀਸ ਬਣਾ ਕੇ ਉਹਨਾਂ ਨੂੰ ਸਜਾਵੋ। ਜਦੋਂ ਲੋਕ ਆਵਣਗੇ ਉਹ ਬੜੇ ਖੁਸ਼ ਹੋਣਗੇ। ਸੋ ਤੁਸੀਂ ਵੀ ਖੁਸ਼ ਹੋਵੋਗੇ ਹੈ ਨਾ। ਇੱਕ ਕਲਾ ਨੂੰ ਨਵੇਂ ਰੂਪ, ਕਲਾ ਦੇ ਨਵੇਂ ਰੂਪ ਹੈ। ਸੋ ਤੁਸੀਂ ਵੀ ਉਹਨੂੰ ਉਹਦੇ ਵਿੱਚ ਇਨੋਵੇਸ਼ਨ ਕਰੋ, ਉਹਦੇ ਵਿੱਚ ਆਪਣਾ ਯੋਗਦਾਨ ਪਾਓ। ਸੋ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਆਪਣਾ ਗੀਤ ਵੀ ਸੁਣਾਓ ਜਾਂ ਕੋਈ ਗਜ਼ਲ ਜਿਹੜੀ ਤੁਸੀਂ ਲਿਖੀ ਹੋਵੇ। ਜੀ ਮੈਂ ਗਜ਼ਲ ਸੁਣਾਉਣ ਲੱਗੀ ਹਾਂ। ਸੋ ਆਪਣੀ ਮੌਤ ਦੇ ਹੱਕ ਵਿੱਚ ਸ਼ਿੰਗਾਰ ਲੈ ਕੇ ਖੜੀ ਹਾਂ, ਮੈਂ ਦੁਨੀਆ ਸਾਹਮਣੇ ਆਜ਼ਾਦੀ ਦੀ ਵੰਗਾਰ ਲੈ ਕੇ ਖੜੀ ਹਾਂ। ਸੌਖਾ ਨਹੀਂ ਰਸਤਾ ਮਿਲਣ ਤੋਂ ਤਲਾਕ ਦਾ, ਮੈਂ ਹੰਝੂਆਂ ਵਿਚਲਾ ਦਰਦ ਤੇ ਹਾਸੇ ਦਾ ਪਾਰ ਲੈ ਕੇ ਖੜੀ ਹਾਂ। ਕੋਈ ਮੋੜੇ ਮੁੱਖ ਨਿਤ ਦਿਨ, ਕੋਈ ਘਰ ਉਜਾੜ ਦੇਵੇ, ਕੋਈ ਮੋੜੇ ਮੁੱਖ ਨਿਤ ਦਿਨ, ਕੋਈ ਘਰ ਉਜਾੜ ਦੇਵੇ, ਮੈਂ ਫਿਰ ਵੀ ਹੱਥ ਮੇਲ ਮਿਲਾਪ ਦਾ ਹਾਰ ਲੈ ਕੇ ਖੜੀ ਹਾਂ। ਹਰ ਵਾਰ ਲਾਚਾਰ ਕਲੰਕਿਤ ਤੇ ਮੰਦੀ ਨਹੀਂ ਹੁੰਦੀ ਛਵੀ ਮੇਰੀ। ਹਰ ਵਾਰ ਲਾਚਾਰ ਕਲੰਕਿਤ ਤੇ ਮੰਦੀ ਨਹੀਂ ਹੁੰਦੀ ਛਵੀ ਮੇਰੀ। ਅੱਜ ਮੈਂ ਆਪਣੇ ਹੱਕਾਂ ਲਈ ਤਲਵਾਰ ਲੈ ਕੇ ਖੜੀ ਹਾਂ। ਤੁਸੀਂ ਗੱਲਾਂ ਕਰੋ ਨਵੀਆਂ ਆਰਥਿਕ ਖੁਸ਼ਹਾਲੀ ਦੀਆਂ, ਤੁਸੀਂ ਗੱਲਾਂ ਕਰੋ ਨਵੀਆਂ ਆਰਥਿਕ ਖੁਸ਼ਹਾਲੀ ਦੀਆਂ, ਪਰ ਮੈਂ ਅੱਜ ਵੀ ਇੱਥੇ ਭੁੱਖਮਾਰੀ ਦੀ ਮਾਰ ਲੈ ਕੇ ਖੜੀ ਹਾਂ। ਜੋ ਗੰਦਲਾ ਕਹਿ ਨਿਕਾਰ ਜਾਂਦੇ ਨੇ ਮੇਰੇ ਸ਼ਬਦਾਂ ਨੂੰ, ਜੋ ਗੰਦਲਾ ਕਹਿ ਨਿਕਾਰ ਜਾਂਦੇ ਨੇ ਮੇਰੇ ਸ਼ਬਦਾਂ ਨੂੰ, ਮੈਂ ਉਹਨਾਂ ਦੀ ਦਿੱਤੀ ਪਰ ਜਿੱਤੀ ਹਾਰ ਲੈ ਕੇ ਖੜੀ ਹਾਂ। ਉਹ ਆਖਣ ਕੁਝ ਅਲੱਗ ਚਾਹੀਦਾ ਹੈ ਪਰਚੇ ਦੇ ਵਿੱਚ ਛਾਪਣ ਲਈ, ਉਹ ਆਖਣ ਕੁਝ ਅਲੱਗ ਚਾਹੀਦਾ ਹੈ ਪਰਚੇ ਦੇ ਵਿੱਚ ਛਾਪਣ ਲਈ। ਇੱਥੇ ਮੈਂ ਹੁਣ ਵੀ ਔਰਤ ਪੁਕਾਰ ਲੈ ਕੇ ਖੜੀ ਹਾਂ, ਇੱਥੇ ਮੈਂ ਹੁਣ ਵੀ ਔਰਤ ਪੁਕਾਰ ਲੈ ਕੇ ਖੜੀ ਹਾਂ। ਆਪਣੀ ਮੌਤ ਦੇ ਹੱਕ ਵਿੱਚ ਸ਼ਿੰਗਾਰ ਲੈ ਕੇ ਖੜੀ ਹਾਂ, ਮੈਂ ਦੁਨੀਆ ਸਾਹਮਣੇ ਆਜ਼ਾਦੀ ਦੀ ਵੰਗਾਰ ਲੈ ਕੇ ਖੜੀ ਹਾਂ। ਸੋ ਆਹ ਵਾਲੀ ਮੇਰੀ ਗਜ਼ਲ। ਸੋ ਨਿਧੀ ਜੀ, ਜਿਸ ਤਰ੍ਹਾਂ ਤੁਹਾਡੀ ਇਹ ਵੀ ਕਵਿਤਾ ਇੱਕ ਔਰਤਾਂ ਵੱਲੋਂ, ਧੀਆਂ ਵੱਲੋਂ ਜਿਹੜੀ ਉਹ ਲਿਖੀ ਗਈ ਹੈ, ਅਤੇ ਤੁਹਾਡੀ ਕਿਤਾਬ ਦੇ ਵਿੱਚ ਵੀ ਮੈਂ ਕਵਿਤਾਵਾਂ ਪੜ੍ਹੀਆਂ ਨੇ, ਉਹ ਵੀ ਕਾਫੀ ਜਿਹੜੀਆਂ ਉਹ ਧੀਆਂ ਦੇ ਹੱਕ ਵਿੱਚ ਧੀਆਂ ਵੱਲੋਂ ਲਿਖੀਆਂ ਗਈਆਂ। ਸੋ ਇਸ ਦਾ ਕੋਈ ਖਾਸ ਕਾਰਨ? ਜੀ ਬਿਲਕੁਲ, ਮੇਰੀ ਇੱਕ ਗਜ਼ਲ ਹੈ, ਲੋਕ ਲਾਜ ਦੀ ਭੇਟ ਚੜਾਏ ਆਪਣੇ ਮੈਂ ਅਰਮਾਨ ਕਈ, ਸੱਜਣਾ ਦੇ ਵਿੱਚ ਆਪਣੇ ਤੇ ਆਪਣਿਆਂ ਵਿੱਚ ਅਣਜਾਣ ਕਈ। ਉਹਦੇ ਵਿੱਚ ਮੈਂ ਇੱਕ ਗੱਲ ਬੋਲਦੀ ਹਾਂ ਕਿ ਮੇਰੇ ਹੱਥ ਨੇ ਮੇਰੇ ਅੰਗ ਨੇ, ਮਾਸ ਤੋਂ ਰੂਹ ਤੱਕ ਮੈਂ ਹੀ ਹਾਂ।
ਮੇਰੇ ਹੱਥ ਨੇ, ਮੇਰੇ ਅੰਗ ਨੇ, ਮਾਸ ਤੋਂ ਰੂਹ ਤੱਕ ਮੈਂ ਹੀ ਆ, ਹਾਂਜੀ। ਮੇਰੀ ਸੰਪਤੀ ਕਰਨ ਨੂੰ ਫਿਰਦੇ ਸ਼ਾਇਦ ਕੰਨਿਆਦਾਨ ਕਈ, ਹਨਾ। ਹੁਣ ਜੇ ਅਸੀਂ ਆਪਾਂ ਹਿੰਦੂ ਸੱਭਿਅਤਾ ਦੇ ਵਿੱਚ ਦੇਖੀਏ ਤੇ ਉੱਥੇ ਕੰਨਿਆਦਾਨ ਹੁੰਦਾ ਹੈ। ਹਾਂਜੀ। ਸੋ ਜੇ ਅਸੀਂ ਮੁਸਲਿਮ ਸੱਭਿਅਤਾ ਦੇਖੀਏ ਉੱਥੇ ਬੁਰਕਾ ਪਾਉਂਦੀਆਂ ਕੁੜੀਆਂ, ਬਿਲਕੁਲ, ਹਨਾ। ਬਿਲਕੁਲ। ਸੋ ਹਰ ਇੱਕ ਕਸਟਮ ਜਿਹੜਾ ਬਣਿਆ ਆ ਜਾਂ ਫਿਰ ਹਨਾ ਕਿਸੇ ਨਾ ਕਿਸੇ ਕੋਈ ਵੀ ਧਰਮ ਦੇ ਵਿੱਚ ਔਰਤ ਨੂੰ ਦੱਬਿਆ ਜਾਂਦਾ ਹੈ। ਮਤਲਬ ਮਰਦ ਪ੍ਰਧਾਨ ਜਿਹੜਾ ਆਪਣੀ ਸੁਸਾਇਟੀ ਹੈ, ਸਮਾਜ ਹੈ, ਮਰਦ ਪ੍ਰਧਾਨ ਹੈ। ਸੋ ਮੈਂ ਕਿਹਾ ਕਿਸ ਕਿਸ ਖਿੱਤਿਓਂ ਪਾਣੀ ਪੀ ਕੇ ਕਿਸ ਦੇ ਦਰ ਤੇ ਆਉਣਾ, ਕੁੜੀਆਂ ਚਿੜੀਆਂ ਨਹੀਂ ਹੁੰਦੀਆਂ, ਅਸੀਂ ਬਿਨ ਖੰਭਾਂ ਉੱਡ ਦਿਖਾਉਣਾ, ਹੱਕ ਲਈ ਲੜਨਾ ਸਿੱਖ ਕੇ ਆਪਣਾ ਸਾਮਰਾਜ ਚਲਾਉਣਾ, ਕੁੜੀਆਂ ਚਿੜੀਆਂ ਨਹੀਂ ਹੁੰਦੀਆਂ, ਅਸੀਂ ਬਿਨ ਖੰਭਾਂ ਉੱਡ ਦਿਖਾਉਣਾ। ਸੋ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਜਾਂ ਫਿਰ ਸਮਾਜ ਨੂੰ ਕਿਤੇ ਨਾ ਕਿਤੇ ਉਸ ਚੀਜ਼ ਨੂੰ ਸਮਝਣਾ ਚਾਹੀਦਾ ਹੈ, ਹੈ ਨਾ। ਕਿਉਂਕਿ ਕਹਿੰਦੇ ਘਰ ਹੀ ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈ। ਸੋ ਸਾਨੂੰ ਆਪਣੇ ਘਰ ਵਿੱਚ ਹੀ ਆਪਣੀਆਂ ਕੁੜੀਆਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਨੂੰਹਾਂ ਨੂੰ ਜਾਂ ਆਪਣੀਆਂ ਮਾਵਾਂ ਨੂੰ ਇਵੇਂ ਦੇ ਹੱਕ ਦੇਣੇ ਚਾਹੀਦੇ ਹੈ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਉਹਨਾਂ ਦੀ ਸੋਚ, ਉਹਨਾਂ ਦੀ ਸਮਝ, ਉਹਨਾਂ ਦੀ ਮਾਨਸਿਕਤਾ ਉਹ ਦੱਬ ਗਈ ਹੈ ਨਾ। ਕਿਤੇ ਨਾ ਕਿਤੇ ਉਸ ਚੀਜ਼ ਨੂੰ ਸਾਨੂੰ ਥੋੜ੍ਹਾ ਜਿਹਾ ਖੁੱਲ੍ਹ ਕੇ ਇਸ ਚੀਜ਼ ਦਾ ਜ਼ਿਕਰ ਕਰਨਾ ਪਊਗਾ, ਹੈ ਨਾ। ਸੋ ਤਾਂ ਕਿ ਇਸ ਗੁਲਾਮੀ ਨਹੀਂ ਕਹਿ ਸਕਦੇ, ਪਰ ਹਾਂ ਇਨਇਕੁਐਲਿਟੀ ਕਹਿ ਸਕਦੇ ਹਾਂ ਕਿ ਉਹ ਖਤਮ ਹੋ ਜਾਵੇ। ਉਹ ਮੇਰਾ ਹਾਂਜੀ, ਮੇਰਾ ਤੁਹਾਨੂੰ ਇਹ ਸਵਾਲ ਹੁਣ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕੁਝ ਤਿਆਰ ਕੀਤਾ, ਅਪਕਮਿੰਗ ਪ੍ਰੋਜੈਕਟ, ਕੋਈ ਬੁੱਕ ਜਿਹੜੀ? ਜੀ ਬਿਲਕੁਲ, ਮੈਂ ਅਗਲੀ ਕਿਤਾਬ ਲਿਖ ਰਹੀ ਹਾਂ। ਪਿਛਲੇ 4-5 ਸਾਲਾਂ ਤੋਂ ਮੈਂ ਜਦੋਂ ਦੀ ਪੁੰਗਰ ਦੇ ਹਰਫ ਛਪੀ ਹੈ ਉਦੋਂ ਤੋਂ ਮੈਂ ਲਿਖਣਾ ਤਾਂ ਬੰਦ ਨਹੀਂ ਕੀਤਾ, ਮਤਲਬ ਲਗਾਤਾਰ ਨਿਰੰਤਰ ਲਿਖ ਹੀ ਰਹੀ ਹਾਂ। ਸੋ ਹੌਲੀ ਹੌਲੀ ਹੁਣ ਮੈਂ ਸੋਚ ਰਹੀ ਹਾਂ ਕਿਤਾਬ ਬਾਰੇ ਜ਼ਰੂਰ, ਨਵੀਂ ਕਿਤਾਬ ਤੁਹਾਨੂੰ ਥੋੜ੍ਹੀ ਦੇਰ ਦੇ ਵਿੱਚ ਹੀ, 1 ਸਾਲ ਦੇ ਵਿੱਚ ਹੀ, ਹੈ ਨਾ, ਅਸੀਂ ਸੋਚਾਂਗੇ, ਕੋਸ਼ਿਸ਼ ਕਰਾਂਗੇ ਕਿ ਆ ਜਾਵੇ, ਹੈ ਨਾ, ਅਤੇ ਸਰੋਤਿਆਂ ਨੂੰ ਚੰਗੀ ਵੀ ਲੱਗੇ ਜੀ। ਤੋ ਨਿਧੀ ਜੀ, ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੈ ਕਿ ਅੱਜ ਕੱਲ੍ਹ ਦੇ ਤੁਸੀਂ ਨੌਜਵਾਨਾਂ ਨੂੰ ਅਤੇ ਸਮਾਜ ਨੂੰ ਕੀ ਜਿਹੜਾ ਸੁਨੇਹਾ ਦੇਣਾ ਚਾਹੋਗੇ? ਜੀ ਮੈਂ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਪੋਜ਼ੀਟਿਵ ਰਹੋ। ਅੱਜ ਕੱਲ੍ਹ ਸੱਚ ਅਤੇ ਪੋਜ਼ੀਟਿਵਿਟੀ ਹੈ ਨਾ ਬਹੁਤ ਮੁੱਕ ਰਹੇ ਆ। ਕਿ ਜਿੱਦਾਂ ਮੈਂ ਇੱਕ ਆਪਣੀ ਸ਼ੇਅਰ ਸੀਗਾ ਮੇਰਾ ਕਿ ਗੁਲਸ਼ਨ ਵਿੱਚ ਚੁੱਪ ਰਹਿ, ਬਹਾਰ ਵਿੱਚ ਸ਼ੋਰ ਕਰਾਂਗੀ ਮੈਂ, ਜੇ ਸੱਚ ਗਲਤੀ ਹੈ ਤੇ ਹਰ ਵਾਰ ਹੋਰ ਕਰਾਂਗੀ ਮੈਂ, ਕੀ ਹੋਇਆ ਜੇ ਨਦੀ ਭਟਕ ਗਈ ਆਪਣੇ ਕਿਨਾਰੇ ਤੋਂ, ਅਗਲੀ ਵਾਰ ਪੂਰੀ ਗੌਰ ਕਰ ਸਮੁੰਦਰ 'ਤੇ ਪੂਰੀ ਗੌਰ ਕਰਾਂਗੀ ਮੈਂ, ਅਗਲੀ ਵਾਰ ਫੇਰ ਸਮੁੰਦਰ 'ਤੇ ਪੂਰੀ ਗੌਰ ਕਰਾਂਗੀ ਮੈਂ। ਸੋ ਇਹੀ ਚੀਜ਼ਾਂ ਹੈ ਨਾ ਕਿ ਜੇ ਸੱਚ ਗਲਤੀ ਹੈ ਤੇ ਹਰ ਵਾਰ ਹੋਰ ਕਰਾਂਗੀ ਮੈਂ। ਜੇ ਕੋਈ ਮੰਨ ਰਿਹਾ ਕਿ ਸੱਚ ਤੁਸੀਂ ਗਲਤ, ਤੁਸੀਂ ਬਹੁਤ ਵੱਡੀ ਗਲਤੀ ਕਰਤੀ ਸੱਚ ਬੋਲ ਕੇ, ਤੇ ਅਸੀਂ ਸੱਚ ਕਿਉਂ ਨਾ ਬੋਲੀਏ। ਸੋ ਸੱਚੇ ਰਹੋ। ਮੈਨੂੰ ਲੱਗਦਾ ਕਿ ਨੌਜਵਾਨਾਂ ਨੂੰ ਜਾਂ ਨਵੀਂ ਪੀੜ੍ਹੀ ਨੂੰ ਜਾਂ ਸਮਾਜ ਦੇ ਕਿਸੇ ਵੀ ਵਰਗ ਨੂੰ, ਹੈ ਨਾ, ਕਿ ਸੱਚ ਦੇ ਨਾਲ ਚੱਲਣਾ ਚਾਹੀਦਾ ਹੈ। ਕਿ ਜਦੋਂ ਤੱਕ ਅਸੀਂ ਸੱਚ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਾਂਗੇ, ਪੋਜ਼ੀਟਿਵਿਟੀ ਨਾਲ ਲੈ ਕੇ ਨਹੀਂ ਚੱਲਾਂਗੇ, ਤੇ ਕਿਤੇ ਨਾ ਕਿਤੇ ਸਾਡਾ ਪਤਨ ਹੋ ਜਾਊਗਾ, ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਜ ਦਾ ਪਤਨ ਹੋ ਜਾਊਗਾ, ਸਾਡੇ ਵਿਰਸੇ ਦਾ, ਸਾਡੀਆਂ ਚੀਜ਼ਾਂ ਦਾ, ਜਾਂ ਸਾਡੀ ਸੱਭਿਅਤਾ ਖਤਮ ਹੋ ਜਾਊਗੀ, ਹੈ ਨਾ। ਸੋ ਉਹ ਕਹਿੰਦੇ ਨਾ, ਇੱਕ ਨਾਵਲ ਪੜ੍ਹਿਆ ਸੀ ਮੈਂ ਪਿੱਛੇ ਜਿਹੇ, ਉਹ ਕਹਿੰਦੇ ਕਿ ਕਿਸੇ ਨੂੰ ਪੂਰਾ ਵਿਸਾਰਨਾ, ਕਿਸੇ ਦੀ ਸੱਭਿਅਤਾ ਨੂੰ ਪੂਰਾ ਵਿਸਾਰਨਾ ਹੈ ਤੇ ਉਹਦੀ ਬੋਲੀ ਖਤਮ ਕਰ ਦੇਵੋ, ਹੈ ਨਾ। ਜਦੋਂ ਬੋਲੀ ਖਤਮ ਹੋ ਜਾਵੇਗੀ ਤੇ ਸਭ ਖਤਮ ਹੋ ਗਿਆ, ਵਿਰਸਾ ਖਤਮ ਹੋ ਗਿਆ। ਜਿਹੜੀਆਂ ਤੁਸੀਂ ਦੇਖੋ ਹੁਣ ਵੀ ਸਮਾਜ ਦੇ ਵਿੱਚ ਕਿੰਨੀਆਂ ਜ਼ਿਆਦਾ ਬੋਲੀਆਂ ਜਿਹੜੀਆਂ ਵਿਸਰ ਰਹੀਆਂ ਆ, ਸਾਨੂੰ ਪਤਾ ਨਹੀਂ, ਤੇ ਉਹਨਾਂ ਦੇ ਵਿਰਸੇ ਵੀ ਇੱਕ ਤਰ੍ਹਾਂ ਵਿਸਰ ਰਹੇ ਆ। ਪਰ ਮੈਂ ਬੜੀ ਖੁਸ਼ ਹਾਂ ਕਿ ਸਾਡਾ ਪੰਜਾਬੀ ਸੱਭਿਅਤਾ ਜਿਹੜੀ ਕਿ ਬਹੁਤ ਫਿਲਹਾਲ ਵੀ ਬਹੁਤ ਅੱਛੇ ਪੱਧਰ ਤੇ, ਉੱਚੇ ਪੱਧਰ ਤੇ ਆ, ਹੈ ਨਾ, ਕਿ ਉੱਚ ਪੱਧਰ ਦੀ ਆ। ਕੈਨੇਡਾ ਵਿੱਚ ਵੀ ਇਹਨੂੰ ਪਹਿਲੇ ਦਰਜੇ ਦੀ ਭਾਸ਼ਾ, ਦੂਜੇ ਦਰਜੇ ਦੀ ਭਾਸ਼ਾ ਦੀ ਕਿਹਾ ਗਿਆ, ਹੈ ਨਾ, ਹੋਰ ਵੀ ਦੇਸ਼ਾਂ ਦੇ ਵਿੱਚ। ਸੋ ਨੌਜਵਾਨਾਂ ਨੂੰ ਮੈਂ ਇਹੀ ਹੈ, ਬਾਕੀ ਪੇਰੈਂਟਸ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਸਮਝਣ, ਬੱਚੇ ਆਪਣੇ ਪੇਰੈਂਟਸ ਨੂੰ ਸਮਝਣ, ਤੇ ਇੱਦਾਂ ਹੀ ਅਸੀਂ ਆਪਣੇ ਸਮਾਜ ਨੂੰ, ਆਪਣੇ ਆਸ-ਪਾਸ ਨੂੰ, ਆਪਣੇ ਜਿਹੜੇ ਹਰ ਇੱਕ ਚੀਜ਼ ਨੂੰ ਆਪਣੇ ਪਰਿਵਾਰ ਮੰਨ ਕੇ, ਕੁਦਰਤ ਨੂੰ, ਜਾਨਵਰਾਂ ਨੂੰ, ਹਰ ਚੀਜ਼ ਨੂੰ ਆਪਣਾ ਪਰਿਵਾਰ ਮੰਨ ਕੇ ਉਹਦੇ 'ਤੇ ਕੰਮ ਕਰੀਏ। ਹੁਣ ਮਾਨਸਿਕ ਸ਼ੋਸ਼ਣ ਨਹੀਂ ਹੋਣਾ ਚਾਹੀਦਾ ਕਿਸੇ ਨਾਲ। ਹੁਣ ਮੈਂ ਇੱਕ ਕਹਿੰਦੀ ਹੁੰਦੀ ਹਾਂ ਕਿ ਮਾਨਸਿਕ ਸ਼ੋਸ਼ਣ ਹੋਇਆ ਪਾਲਣ ਦੇ ਨਾਮ 'ਤੇ, ਇੰਝ ਲੱਗੀ ਹੈ ਰੋਕ ਰੂਹ ਆਰਾਮ 'ਤੇ, ਮਾਨਸਿਕ ਸ਼ੋਸ਼ਣ ਹੋਇਆ ਪਾਲਣ ਦੇ ਨਾਮ 'ਤੇ, ਇੰਝ ਲੱਗੀ ਹੈ ਰੋਕ ਰੂਹ ਆਰਾਮ 'ਤੇ, ਸਾਥੀ ਦੱਸ ਕੇ ਸਾਥ ਦੇ ਕਾਤਿਲ ਹੋ ਗਏ ਹੋ, ਹੈ ਸਾਥੀ ਦੱਸ ਕੇ ਸਾਥ ਦੇ ਕਾਤਿਲ ਹੋ ਗਏ ਹੋ, ਝੂਠੇ ਸੌਦੇ ਹੋਏ ਸਾਥ ਦੇ ਨਾਮ 'ਤੇ, ਕਿੰਨਾ ਝੁਕਦਾ ਕਿੰਨਾ ਚਰਨੀ ਪੈਂਦਾ ਉਹ, ਕਿੰਨਾ ਝੁਕਦਾ ਕਿੰਨਾ ਚਰਨੀ ਪੈਂਦਾ ਉਹ, ਵਿਗੜ ਹੀ ਗਿਆ ਜਨੌਰ ਵੱਧ ਲਗਾਮ 'ਤੇ। ਸੋ ਜਦੋਂ ਲਗਾਮ ਵੱਧ ਹੋਏਗੀ ਤੇ ਜਾਂ ਤਾਂ ਹੱਥੋਂ ਬਾਹਰ ਕੰਮ, ਹੈ ਨਾ, ਜਾਂ ਕੰਮ ਖਤਮ। ਸੋ ਚੀਜ਼ਾਂ ਨੂੰ ਆਪਣੇ ਕੰਟਰੋਲ ਵਿੱਚ ਰੱਖੋ, ਆਊਟ ਆਫ ਕੰਟਰੋਲ ਨਾ ਹੋਵੋ, ਪੋਜ਼ੀਟਿਵ ਰਹੋ। ਸਾਡੇ ਹੱਥ ਵਿੱਚ ਬੜੇ ਜ਼ਿਆਦਾ ਬਦਲਾਵ ਹੈਗੇ ਆ, ਸੋ ਬਦਲਾਵ ਕਰੋ, ਚੰਗੀਆਂ ਚੀਜ਼ਾਂ ਨੂੰ ਕਰੋ, ਚੰਗੀਆਂ ਚੀਜ਼ਾਂ ਨੂੰ ਅਸੈਪਟ ਕਰੋ, ਹੈ ਨਾ। ਗਲਤ ਚੀਜ਼ਾਂ ਨੂੰ, ਜਿੱਥੇ ਤੁਸੀਂ ਕੋਈ ਗਲਤ ਹੈ ਉੱਥੇ ਉਸ ਗਲਤ ਨੂੰ ਗਲਤ ਕਹਿਣ ਦੀ ਸ਼ਮਤਾ ਰੱਖੋ,
ਫਿਰ ਹੀ ਸਾਡੀ ਸੱਭਿਅਤਾ ਦਾ, ਸਾਡੇ ਪਰਿਵਾਰਾਂ ਦਾ ਜਾਂ ਸਾਡਾ ਵਿਕਾਸ ਹੋਵੇਗਾ। ਸੋ ਚੰਗੇ ਬਣੋ, ਹੈ ਨਾ। ਪੰਜਾਬੀਅਤ, ਪੰਜਾਬ ਦਾ ਖਿਆਲ ਰੱਖੋ, ਆਪਣੀ ਮਾਤ ਭਾਸ਼ਾ ਸਿੱਖੋ, ਮਾਤ ਭਾਸ਼ਾ ਦਾ ਵਿਕਾਸ ਕਰੋ, ਹੈ ਨਾ। ਸੋ ਇਹ ਚੀਜ਼ਾਂ ਆ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਨਿਧੀ ਸ਼ਰਮਾ ਜੀ। ਸੋ ਦੋਸਤੋ, ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ।